जिस जल नित कारण तुम जग आए, सो अमृत गुर पाही जियो। छोटो भेष भेख चुतराई, दुविधा ए फल नाही जियो। मन रे थिर रहो मत कत जाहि जियो। बाहर ढूंढत बहुत दुख पावै, कर अमृत कट माही जियो। अब गुण छोड़ गुणा को तावो, कर अब गुण पुछताहि जियो। सारे अवसर की सार न जान है, फिर कीच वटाई जियो। अंतर मैल लोभ बहुत झूठे, बाहर नावो काहि जियो। निर्मल नाम जपो सद्गुरुमुख, अंतर की गत ताहि जियो। पर हर लोभ निंदा कूड़ त्यागो, सच गुर बचनी फल पाहि जियो। ज्यों भावै त्यों राखो हर जियो, जन नानक शब्द सलाही जियो। ज्यों भावै त्यों राखो हर जियो, जन नानक शब्द सलाही जियो। जुगो जुग टल। धन धन साहिब श्री गुरु ग्रंथ साहिब जी महाराज तिन्हां दी पावन पवित्र हजूरी का आनंद माण रहे। सतसंगी जनों, असीं अत धनता दे पात्र हाँ जो सतगुरां जी दे पिछले दिनी श्री सहज पाठ आरंभ किए गए ने ते उन्हां दे भोग नाल असीं सांझ पा के आए हाँ। असीं वड्डियां भागां वाले हाँ, क्योंकि असीं गुरबाणी नूं सरवण कीता ते उस गुरबाणी नूं समझण दे लई इकत्तर होए हाँ। सो कथा विचारा आरंभण तो पहला सतगुरां पासों बख्शी फतेह नूं बजाउणा करिए जी। कोई भी रसना वांझी ना रहे। झुकाओ जी शीस, आखो जी वाहिगुरू जी का खालसा, वाहिगुरू जी की फतेह। असीं अनेकां तरह के तिहार मनाउंदे हां। जिस तरह अज मन्निया जाता है कि अज दे दिन उस रावण नूं अग ला के मार दिता गया सी, ते ओह तिहार साडे गुरमत दे नाल मेल नहीं खाता, क्योंकि साडा ओह तिहार ही नहीं। सिख असीं देखिया अनेकां तरह के तिहारां नूं मनाउंदे ने, पर तिहार ना तो कोई लकड़ी का तिहार साडा है ते ना ये दशहरे का तिहार ही साडा है। साडा तो तिहार है विसाखी, बंदी छोड़ दिवस, गुरु साहिबाना दे प्रकाश पुरब। पर सतगुरु जी कहते तू इन्हां तो भटक के पता नहीं किहड़े राह वल चल पिया वां। ते सतगुरु जी प्रमाण करते ने, मन रे थिर रहो मत कत काहि जियो। ते सतगुरु जी मन नूं आवाज मारते ने, कहते मना तू थिर रह, भाव एक जगह टेक के बैठ। ये ना सोच कि अज इत्थे तीर्थ ते नहाउण नाल अज पवित्र दिहाड़ा भाव दशहरे का मन्निया जाता वा, पर गुरमत इस नूं प्रमाण नहीं करदी। मानते ने लोग ते कहते उत्थे इशनान करन नाल तेरा कुछ नहीं बनना। क्यों? क्योंकि उस परमात्मा दे नाल
ਆਪਣੇ ਮਨ ਨੂੰ ਸਾਫ਼ ਕਰ। ਸਾਫ਼ ਕਿਸ ਤਰ੍ਹਾਂ ਕਰਨਾ? ਮਤ ਕਤ ਕਾਹੀ ਜਿਉ। ਕਹਿੰਦੇ ਫਿਰ ਤੂੰ ਕਿੱਧਰ ਕਿੱਧਰ ਭਟਕਦਾ ਫਿਰਦਾ। ਕਹਿੰਦੇ ਸਤਿਗੁਰ ਜੀ ਤਾਂ ਤੈਨੂੰ ਰੋਜ਼ ਸਵੇਰੇ ਪਿਆਰ ਨਾਲ ਆਵਾਜ਼ ਮਾਰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਕਿਹਾ ਤੇ ਸੱਚੀ ਦਾ ਭਾਵ ਉਸ ਪ੍ਰਮਾਤਮਾ ਨੇ ਜੋ ਵੀ ਇਸ ਗੁਰਬਾਣੀ ਅੰਦਰ ਲਿਖਿਆ ਉਹ ਸੱਤ ਹੈ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਅੰਦਰ ਹੰਢਾਈਆਂ ਹੋਈਆਂ ਚੀਜ਼ਾਂ ਨੂੰ ਲਿਖਿਆ ਤੇ ਉਸ ਨੂੰ ਗੁਰੂ ਦਾ ਦਰਜਾ ਦਿੱਤਾ। ਤੇ ਅਸੀਂ ਅਨੇਕਾਂ ਹੀ ਦੇਖਦੇ ਹਾਂ ਕਿ ਅਨੇਕ ਹੀ ਧਰਮਾਂ ਤੇ ਇਹ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਂਦਾ। ਅਸੀਂ ਕਹਿੰਦੇ ਹਾਂ ਜੀ ਸਾਡੇ ਗੁਰੂ ਧਾਮਾਂ ਤੇ ਵੱਡੇ ਵੱਡੇ ਗੁਰੂ ਧਾਮ ਨੇ, ਜਿਹੜੇ ਗੁਰਦੁਆਰੇ ਨੇ, ਉੱਥੇ ਇਹ ਤਿਉਹਾਰ ਮਨਾਇਆ ਜਾਂਦਾ। ਪਿਆਰ ਵਾਲੇ ਉਹਨਾਂ ਨੂੰ ਮਨਾ ਲੈਣ ਦਿਓ, ਕਿਉਂਕਿ ਉਹਨਾਂ ਦੇ ਜੋ ਆਗੂ ਨੇ ਉਹ ਉਹਨਾਂ ਨੂੰ ਉਹੀ ਕਰਨ ਨੂੰ ਕਹਿੰਦੇ ਨੇ ਜੋ ਤਿਉਹਾਰ ਵਾ। ਪਰ ਅਸੀਂ ਆਪਣੇ ਆਪ ਨੂੰ ਬਦਲੀਏ। ਜੇ ਅਸੀਂ ਆਪਣੇ ਆਪ ਨੂੰ ਬਦਲ ਲਿਆ ਤੇ ਦੁਨੀਆ ਬਦਲਣੀ ਦੇਰ ਨਹੀਂ ਲੱਗਣੀ, ਕਿਉਂਕਿ ਪਰਮਾਤਮਾ ਵਿੱਚ ਸਮਰੱਥਾ ਹੀ ਇੰਨੀ ਆ ਕਿ ਜੇ ਉਹ ਇੱਕ ਪਲਕ ਦੇ ਨਾਲ, ਇੱਕ ਬੋਲ ਦੇ ਨਾਲ ਧਰਤੀ ਨੂੰ ਸਾਜ ਸਕਦਾ ਤੇ ਉਸ ਨੂੰ ਮਿਟਾ ਵੀ ਸਕਦਾ। ਕਹਿੰਦੇ ਉਸੇ ਤਰ੍ਹਾਂ ਜੇ ਇਸ ਸੰਸਾਰ ਅੰਦਰ ਆਪਣੇ ਆਪ ਨੂੰ ਭਾਵ ਆਪਣੇ ਪਿੰਡ ਨੂੰ ਸੁਧਾਰ ਲਿਆ ਨਾ, ਕਹਿੰਦੇ ਦੁਨੀਆ ਸੁਧਰਦੀ ਫਿਰ ਦੇਰ ਨਹੀਂ ਲੱਗਦੀ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਹਿੰਦੇ ਤੇਰੇ ਤਾਂ ਘਰ ਦੇ ਅੰਦਰ ਹੀ ਅੰਮ੍ਰਿਤ ਆ, ਤੂੰ ਬਾਹਰ ਢੂੰਡਦਾ ਵਾਂ ਤੇ ਦੁੱਖ ਪਾਉਣਾ। ਜੰਗਲਾਂ ਵਿੱਚ ਚਲੇ ਜਾਣਾ, ਉੱਥੇ ਸਾਧੂਆਂ ਵਾਂਗੂ ਤਪ ਕਰਦਾ। ਕਹਿੰਦੇ ਮੈਂ ਸਭ ਕੁਝ ਮੋਹ, ਲੋਭ ਮੋਹ ਸਭ ਕੁਝ ਛੱਡ ਦਿੱਤਾ। ਕਹਿੰਦੇ ਅਚਾਨਕ ਤੇਰੇ ਅੱਗੇ ਪੈਸੇ ਪਏ ਹੋਣ ਜਾਂ ਤੇਰੇ ਅੱਗੇ ਸੋਨਾ ਪਿਆ ਹੋਵੇ ਤੇ ਤੇਰੇ ਮਨ ਦੇ ਅੰਦਰ ਲਾਲਚ ਆ ਜਾਂਦਾ। ਕਹਿੰਦੇ ਫਿਰ ਉਹ ਗਿਆ ਤਾਂ ਨਹੀਂ। ਕਹਿੰਦਾ ਮੈਂ ਸੰਸਾਰ ਨੂੰ ਤਿਆਗਤਾ, ਪਰ ਸੱਚ ਜਾਣਿਓ ਸੰਸਾਰ ਨੂੰ ਤਿਆਗਿਆ ਨਹੀਂ, ਕਿਉਂਕਿ ਉਸ ਨੂੰ ਪ੍ਰਸ਼ਾਦਾ ਲੈਣ ਲਈ ਤਾਂ ਪਿੰਡ ਆਉਣਾ ਹੀ ਪੈਂਦਾ। ਕੱਪੜਾ ਲੈਣ ਲਈ ਜਾਂ ਪਾਣੀ ਲੈਣ ਲਈ ਪਿੰਡ ਆਉਣਾ ਹੀ ਪੈਂਦਾ, ਭਾਵੇਂ ਉਹ ਲੱਖ ਜੰਗਲਾਂ ਵਿੱਚ ਚਲੇ ਜਾਵੇ, ਪਰ ਮੰਗ ਕੇ ਤਾਂ ਉਸਨੇ ਸੰਸਾਰ ਅੰਦਰੋਂ ਹੀ ਖਾਣਾ। ਕਿਉਂ? ਕਿਉਂਕਿ ਉਸ ਨੂੰ ਪਤਾ ਕਿ ਸੰਸਾਰ ਵਿੱਚ ਰਹਿ ਕੇ ਹੀ ਮੇਰਾ ਗੁਜ਼ਾਰਾ ਵਾ। ਪਰ ਉਹ ਭੇਖ ਕਰਨੋਂ ਨਹੀਂ ਹਟਦਾ। ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਉਹਨੂੰ ਲੱਗਦਾ ਕਿ ਮੈਨੂੰ ਬਾਹਰ ਘੁੰਮ ਕੇ ਪਰਮਾਤਮਾ ਮਿਲ ਜਾਵੇਗਾ। ਪਰ ਸਤਿਗੁਰ ਜੀ ਬਾਣੀ ਦੇ ਅੰਦਰ ਫਰਮਾਨ ਲਾਉਂਦੇ ਨੇ, ਕਹਿੰਦੇ ਢੂੰਡਦਾ ਤਾਂ ਬਹੁਤ ਫਿਰਦਾ, ਪਰ ਤੈਨੂੰ ਜਿਹੜੇ ਕੰਮ ਲਈ ਭੇਜਿਆ ਸੀ ਉਹ ਤਾਂ ਤੂੰ ਕੀਤਾ ਹੀ ਨਹੀਂ। ਤੇ ਸਤਿਗੁਰ ਜੀ ਬਚਨ ਕਰਦੇ ਨੇ, ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣਾ, ਲੱਗਾ ਕਿਤਕ ਪਕੜੇ, ਸਭ ਮੁਕਦੀ ਚੱਲੀ ਰਹਿਣਾ। ਕਹਿੰਦੇ ਕੀ ਤੂੰ ਆ ਕੇ ਲਾਹਾ ਲਿਆ? ਤੇ ਫਿਰ ਜਗਿਆਸੂ ਨੇ ਉਸ ਪ੍ਰਮਾਤਮਾ ਅੱਗੇ ਹੱਥ ਜੋੜੇ ਕਿ ਪ੍ਰਮਾਤਮਾ ਅਸੀਂ ਤੇਰੇ ਤੋਂ ਵਿਛੜ ਗਏ ਹਾਂ। ਤੇ ਸਤਿਗੁਰਾਂ ਨੇ ਬਾਣੀ ਅੰਦਰ ਉਸ ਜਗਿਆਸੂ ਦੀ ਅਰਦਾਸ ਇਸ ਤਰ੍ਹਾਂ ਲਿਖੀ ਹੈ, ਕਹਿੰਦੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ, ਚਾਰ ਕੁੰਟ ਦਹ ਦਿਸ਼ ਪਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਕਹਿੰਦੇ ਪ੍ਰਮਾਤਮਾ ਜੀ ਮੈਂ 10 ਦਿਸ਼ਾਵਾਂ ਵੀ ਭਟਕ ਕੇ ਦੇਖ ਲਈਆਂ, ਪਰ ਮੈਨੂੰ ਕਿਧਰੇ ਤੁਹਾਡੇ ਵਰਗਾ ਗੁਰੂ ਨਹੀਂ ਮਿਲਿਆ। ਤੇ ਉਸ ਜਗਿਆਸੂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਆ ਕਿ ਕਿਰਤ ਕਰਮ ਕੇ ਵਿਛੜੇ। ਪਰਮਾਤਮਾ ਜੀ ਅਸੀਂ ਅਨੇਕਾਂ ਹੀ ਵਿਛੋੜਾ ਪੈ ਗਿਆ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ, ਭਾਵ ਹੁਣ ਕਿਰਪਾ ਕਰੋ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਸਾਨੂੰ ਮੇਲ ਲਵੋ। ਤੇ ਸਤਿਗੁਰ ਜੀ ਕਹਿੰਦੇ ਜੇ ਸਵੇਰ ਦਾ ਗਿਆ ਸ਼ਾਮਾਂ ਨੂੰ ਘਰ ਆ ਜਾਵੇ ਉਸ ਨੂੰ ਭੁੱਲਿਆ ਨਹੀਂ। ਕਹਿੰਦੇ ਕਿਉਂਕਿ ਸਤਿਗੁਰੂ ਜੀ ਵਿੱਚ ਦਇਆ ਬਹੁਤ ਹੈ, ਕਿਉਂਕਿ ਉਹ ਤਾਂ ਇੱਕ ਓੰਕਾਰ ਵੀ ਪਰਮਾਤਮਾ ਇੱਕ ਹੈ, ਉਹ ਸਭ ਵਿਆਪਕ ਹੈ, ਪਰ ਉਹ ਕਿਸੇ ਦੇ ਅਧੀਨ ਨਹੀਂ ਚੱਲਦਾ। ਮਨੁੱਖ ਕਿਸੇ ਦੇ ਅਧੀਨ ਚੱਲਦਾ ਹੋਵੇਗਾ, ਮਨੁੱਖ ਨੂੰ ਕਿਸੇ ਦਾ ਡਰ ਹੋਵੇਗਾ, ਪਰ ਪਰਮਾਤਮਾ ਐਸਾ ਨਹੀਂ। ਤੇ ਸਾਨੂੰ ਵੀ ਐਸੇ ਪਰਮਾਤਮਾ ਦੇ ਨਾਲ ਲਿਵ ਜੋੜਨੀ ਚਾਹੀਦੀ ਆ, ਜੋ ਉਸ ਪਰਮਾਤਮਾ ਦੇ
ਨਾਲ ਰਹਿ ਕੇ ਹੀ ਜੁੜ ਸਕਦੀ ਆ, ਨਹੀਂ ਤਾਂ ਅਨੇਕਾਂ ਹੀ ਜਾਂਦੇ ਨੇ। ਤੇ ਸਤਿਗੁਰਾਂ ਜੀ ਨੇ ਸ਼ਬਦ ਦੇ ਸ਼ੁਰੂ ਵਿੱਚ ਕਿਹਾ ਸੀ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਤੇ ਕਹਿੰਦੇ ਜਿਸ ਜਲ ਨਿਧ ਕਾਰਨ, ਜਿਸ ਜਲ ਦੇ ਖਜ਼ਾਨੇ ਨੂੰ ਕਹਿੰਦੇ ਤੂੰ ਉਸ ਅੰਮ੍ਰਿਤ ਨੂੰ ਪਾਉਣ ਲਈ ਆਇਆ ਸੀ ਨਾ, ਕਹਿੰਦੇ ਉਹਨਾਂ ਤੋਂ ਤਾਂ ਭਟਕ ਗਿਆ। ਤੇ ਸਤਿਗੁਰਾਂ ਜੀ ਨੇ ਬਚਨ ਕੀਤਾ, ਆਇਓ ਪੜਨ ਸੁਣ ਕੋ ਬਾਣੀ, ਨਾਮ ਵਿਸਾਰ ਲਗੇ ਅਨ ਲਾਲਚ, ਬਿਰਥਾ ਜਨਮ ਪਰਾਨੀ। ਕਹਿੰਦੇ ਤੂੰ ਫਿਰ ਲਾਲਚਾਂ ਵਿੱਚ ਫਸ ਗਿਆ, ਤੇ ਜਿਸ ਤੈਨੂੰ ਅੰਮ੍ਰਿਤ ਦੇ ਖਜ਼ਾਨੇ ਨੂੰ ਪ੍ਰਾਪਤ ਕਰਨ ਲਈ ਭੇਜਿਆ ਸੀ ਉਹ ਤਾਂ ਤੂੰ ਕੀਤਾ ਹੀ ਨਹੀਂ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਕਹਿੰਦੇ ਫਿਰ ਜਿਨ੍ਹਾਂ ਨੇ ਇਸ ਖਜ਼ਾਨੇ ਨੂੰ ਪਾ ਲਿਆ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਕਹਿੰਦੇ ਫਿਰ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਉਸਨੇ ਪਰਮਾਤਮਾ ਨੂੰ ਪਾ ਲਿਆ। ਜੋ ਇਸ ਸੰਸਾਰ ਅੰਦਰ ਆ ਕੇ ਉਸ ਪਰਮਾਤਮਾ ਨੂੰ ਸਿਮਰਦਾ, ਫਿਰ ਕਹਿੰਦੇ ਛੋਡੋ ਵੇਸ ਭੇਖ ਚੋ ਧਰਾਏ, ਦੁਬਿਧਾ ਇਹ ਫਲ ਨਾਹੀ ਜੀਓ। ਛੋਡੋ ਵੇਸ਼ ਭੇਖ, ਦੋ ਗੱਲਾਂ ਕਈਆਂ ਨੇ, ਵੇਸ ਤੇ ਭੇਖ, ਤੇ ਮੀਨਿੰਗ ਦੋਨਾਂ ਦਾ ਇੱਕੋ ਹੀ ਹੈ। ਤੇ ਆਪਣਾ ਵੇਸ ਵਾ ਜਿਹੜਾ ਪਹਿਰਾਵਾ, ਕਹਿੰਦੇ ਉਸ ਨੂੰ ਚੇਂਜ ਕਰ। ਜੋ ਤੂੰ ਮੰਨਦਾ ਵਾ ਨਾ ਵੀ ਇਹ ਸਾਧਾਂ ਵਾਲੇ ਕੱਪੜੇ ਪਾ ਕੇ ਜਾਂ ਮੈਂ ਇਹ ਸਾਧ ਬਣ ਜਾਵਾਂਗਾ, ਕਹਿੰਦੇ ਨਹੀਂ, ਤੈਨੂੰ ਅੰਦਰੋਂ ਸੰਤ ਬਣਨਾ ਪਵੇਗਾ। ਕਿਉਂ? ਕਿਉਂਕਿ ਕਹਿੰਦੇ ਨਗਨ ਅਵਸਥਾ ਵਿੱਚ ਰਹਿ ਕੇ ਪਸ਼ੂ ਨੇ ਜਿਹੜੇ, ਕਹਿੰਦੇ ਉਹ ਵੀ ਕੁਝ ਸਮਾਂ ਪਰਮਾਤਮਾ ਦਾ ਨਾਮ ਜਪਦੇ ਨੇ, ਕਿਉਂਕਿ ਉਹ ਮੌਨ ਨੇ। ਤੇ ਕਹਿੰਦੇ ਮੌਨ ਰਹਿ ਕੇ ਵੀ ਉਹ ਪਰਮਾਤਮਾ ਦਾ ਨਾਮ ਜਪਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਤੈਨੂੰ ਤਾਂ ਮੈਂ ਜੇਬਾ ਦਿੱਤੀ ਸੀ, ਇਸ ਰਸਨਾ ਦੇ ਨਾਲ ਉਸ ਪਰਮਾਤਮਾ ਨੂੰ ਜਪਣਾ ਸੀ। ਕਹਿੰਦੇ ਤੂੰ ਤਾਂ ਭੇਖ ਹੀ ਅਨੇਕਾਂ ਤਰ੍ਹਾਂ ਦੇ ਕਰ ਲਏ, ਕਿਤੇ ਆਪਣੇ ਮੱਥੇ ਤੇ ਸਵਾਹ ਲਾਈ, ਕਿਤੇ ਜਟਾਵਾਂ ਧਾਰਨ ਕੀਤੀਆਂ। ਤੇ ਸਤਿਗੁਰੂ ਜੀ ਕਹਿੰਦੇ ਇਸ ਨਾਲ ਕੁਝ ਵੀ ਨਹੀਂ ਹੋਣਾ। ਤੈਨੂੰ ਲੋਕਾਂ ਦੀ ਨਿਗਾਹ ਵਿੱਚ ਤੂੰ ਬਹੁਤ ਵੱਡਾ ਮਹਾਨ ਪੁਰਖ ਲੱਗੇਗਾ, ਸੰਤ ਲੱਗੇਗਾ, ਪਰ ਜਦੋਂ ਤੂੰ ਉਹਨਾਂ ਨੂੰ ਕਿਸੇ ਮਾੜੀ ਅੱਖ ਨਾਲ ਦੇਖੇਗਾ ਤੇ ਜਾਂ ਉਹਨਾਂ ਦੇ ਘਰ ਤੋਂ ਮੰਗਣ ਜਾਵੇਂਗਾ ਤੇ ਤੈਨੂੰ ਦੇਖਣਗੇ, ਪਰ ਲੋਕ ਹੈਰਾਨ ਤਾਂ ਹੋਣਗੇ ਕਿ ਇਹ ਸਾਧੂ ਕਿਸ ਤਰ੍ਹਾਂ ਦਾ, ਇਸ ਦੇ ਜਟਾਂ ਨੇ, ਇਸ ਨੇ ਭੇਖ ਲਾਇਆ ਵਾ। ਤੇ ਸਤਿਗੁਰੂ ਜੀ ਕਹਿੰਦੇ ਜੇ ਤੂੰ ਰੱਬ ਦੇ ਪਿਆਰੇ ਦੇ ਘਰ ਗਿਆ ਨਾ, ਉਹਨੇ ਤੈਨੂੰ ਇੱਕੋ ਹੀ ਗੱਲ ਸਮਝਾਉਣੀ ਹੈ। ਕਹਿੰਦੇ ਛੋਡੋ ਵੇਸ ਭੇਖ ਚੋ ਧਰਾਈ, ਵੀ ਇਹ ਸਾਰੇ ਭੇਖ ਭੂਖ ਛੱਡ ਦੇ, ਕਿਤੇ ਕੰਮ ਕਰ, ਉਸ ਗੁਰੂ ਦੀ ਗੁਰਬਾਣੀ ਨੂੰ ਪੜ੍ਹ, ਤਾਂ ਜੋ ਤੇਰੇ ਮਨ ਜੋ ਤੇਰਾ ਸਾਫ਼ ਹੋਵੇ। ਕਹਿੰਦੇ ਕ੍ਰਿਤੀਆਂ ਨਾਲ ਰੱਬ ਨੂੰ ਪਾ ਨਹੀਂ ਸਕਦਾ, ਪਰ ਇਸ ਸੰਸਾਰ ਨੂੰ ਭਰਮ ਅੰਦਰ ਜ਼ਰੂਰ ਪਾ ਦੇਗਾ। ਲੋਕਾਂ ਨੂੰ ਕੱਢਣਾ ਤਾਂ ਕੀ ਹੈ, ਕਹਿੰਦੇ ਭਰਮ ਦੇ ਅੰਦਰ ਪਾਵੇਂਗਾ। ਕਿਵੇਂ ਪਾਵੇਂਗਾ? ਕਹਿੰਦੇ ਟੂਣੇ ਕਰਨ ਨੂੰ ਕਹੇਗਾ, ਜਾਂ ਕੁਝ ਹੋਰ ਵੀ ਕ੍ਰਿਤੀਆਂ ਕਰਨ ਨੂੰ ਕਹੇਗਾ, ਜੋ ਸਾਡੇ ਸਿੱਖ ਧਰਮ ਵਿੱਚ ਪ੍ਰਵਾਨ ਨਹੀਂ। ਕਿਉਂਕਿ ਸਿੱਖ ਰਹਿਤ ਮਰਿਆਦਾ ਬਣਾਈ ਆ, ਤੇ ਉਸ ਦੇ ਵਿੱਚ ਲਿਖਿਆ ਗਿਆ ਵਾ ਕਿ ਕ੍ਰਿਤੀਆਂ ਦਾ ਸਾਡੇ ਧਰਮ ਵਿੱਚ ਕੋਈ ਵੀ ਥਾਂ ਨਹੀਂ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਕ੍ਰਿਤੀਆਂ ਨੂੰ ਪਰੇ ਹੀ ਕੀਤਾ ਵਾ। ਹਮੇਸ਼ਾ ਉਹ ਚੀਜ਼ ਰੱਖੀ ਆ ਜੋ ਸੱਚ ਹੈ, ਜੋ ਮਨੁੱਖ ਕਰ ਸਕਦਾ ਵਾ। ਪਰ ਸਤਿਗੁਰੂ ਜੀ ਸ਼ਬਦ ਦੇ ਅੰਦਰ ਵਚਨ ਕਰਦੇ ਨੇ, ਦੁਬਿਧਾ ਇਹ ਫਲ ਨਾਹੀ ਜੀਓ। ਕਹਿੰਦੇ ਫਿਰ ਤੈਨੂੰ ਦੁਬਿਧਾ ਪੈਦਾ ਹੋਵੇਗੀ ਅੰਦਰੋਂ, ਅੰਦਰੋਂ ਤੈਨੂੰ ਖੜਾਓ ਨਹੀਂ ਹੋਵੇਗਾ। ਜਦੋਂ ਤੂੰ ਅਨੇਕਾਂ ਤਰ੍ਹਾਂ ਦੇ ਭੇਸ ਕੀਤੇ ਹੋਣਗੇ, ਤੂੰ ਚਾਹੁੰਦਾ ਹੋਵੇਂਗਾ ਕਿ ਇਹ ਮਨੁੱਖ ਜਾਂ ਇਹ ਕੋਈ ਜੋ ਜੀਵ ਹੈ ਇਹ ਮੇਰੇ ਪੈਰਾਂ ਥੱਲੇ ਝੁਕੇ, ਮੈਂ ਸਭ ਤੋਂ ਵੱਡਾ ਹੋਵਾਂ। ਸਤਿਗੁਰੂ ਜੀ ਕਹਿੰਦੇ ਤੈਨੂੰ ਕੱਖਾਂ ਤੋਂ ਹੌਲੇ ਨੂੰ ਮੈਂ ਤਖਤਾਂ ਤੇ ਬਿਠਾ ਸਕਦਾ, ਪਰ ਕਿਵੇਂ? ਕਹਿੰਦੇ ਉਸ ਗੁਰਬਾਣੀ ਨੂੰ ਪੜ੍ਹਨਾ ਪਵੇਗਾ। ਤੇ ਗੁਰਬਾਣੀ ਨੂੰ ਪੜ੍ਹਨਾ ਕਿਸ ਤਰ੍ਹਾਂ ਵਾ? ਕਹਿੰਦੇ ਉਸ ਨੂੰ ਪਿਆਰ ਨਾਲ ਪੜ੍ਹ ਕੇ ਆਪਣੇ ਹਿਰਦੇ ਅੰਦਰ ਧਾਰਨ ਕਰ। ਜੋ ਉਸ ਗੁਰਬਾਣੀ ਨੇ ਆਪਣਾ ਬਚਨ ਕੀਤਾ ਵਾ, ਕਹਿੰਦੇ ਉਸ ਨੂੰ ਪੂਰਾ ਕਰ। ਜਿਸ ਕੰਮ ਲਈ ਆਇਆ ਉਸ ਨੂੰ ਪੂਰਾ ਕਰ। ਕਹਿੰਦੇ ਕਿਤੇ ਇਹ ਨਾ ਹੋਵੇ ਕਿ ਉਸ ਰਾਵਣ ਦੀ ਤਰ੍ਹਾਂ, ਜਿਸ ਨੂੰ ਅੱਜ ਦੇ ਦਿਨ ਅੱਗ ਲਾ ਕੇ ਫੂਕਿਆ ਗਿਆ ਸੀ, ਮੰਨਿਆ ਜਾਂਦਾ ਵਾ ਪਰ ਗੁਰਮਤਿ ਨਹੀਂ ਪ੍ਰਵਾਨ ਕਰਦੀ। ਕਹਿੰਦੇ ਉਸੇ ਤਰ੍ਹਾਂ
ਸਤਿਗੁਰਾਂ ਜੀ ਨੇ ਵੀ, ਧੰਨ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸ਼ਲੋਕਾਂ ਦੇ ਅੰਦਰ ਲਿਖਿਆ, ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਵਾਰ। ਕਹਿੰਦੇ ਰਾਮ ਵੀ ਚਲੇ ਗਿਆ, ਰਾਵਣ ਵੀ ਚਲੇ ਗਿਆ। ਕਹਿੰਦੇ ਅਨੇਕਾਂ ਹੀ ਸੰਸਾਰ ਤੇ ਹੋਰ ਨੇ ਜੋ ਚਲੇ ਜਾਣਗੇ। ਕਹਿੰਦੇ ਪਰ ਤੈਨੂੰ ਉਸ ਪਰਮਾਤਮਾ ਬਾਰੇ ਪਤਾ ਹੀ ਨਹੀਂ ਲੱਗਣਾ, ਕਿਉਂਕਿ ਰਾਵਣ ਤਾਂ ਚਾਹੁੰਦਾ ਸੀ ਕਿ ਮੈਂ ਹੀ ਇਸ ਦੁਨੀਆ ਦਾ ਕਰਤਾ ਵਾਂ, ਮੈਂ ਹੀ ਸਭ ਕੁਝ ਕਰਨ ਵਾਲਾ ਵਾਂ, ਕਿਉਂਕਿ ਦੁਨੀਆ ਮੇਰੇ ਅਧੀਨ ਚੱਲਦੀ ਆ। ਪਰ ਪ੍ਰਮਾਤਮਾ ਜੀ ਕਹਿੰਦੇ ਤੇਰੇ ਨਾਲ ਕੁਝ ਵੀ ਨਹੀਂ ਹੋਣਾ, ਕਿਉਂਕਿ ਤੂੰ ਆਪਣੇ ਆਪ ਨੂੰ ਉੱਚਾ ਮੰਨਦਾ ਨਾ। ਕਹਿੰਦੇ ਤੇਰੇ ਤੋਂ ਉੱਚਾ ਤਾਂ ਰਾਮ ਸੀ, ਜੋ ਉਸ ਪਰਮਾਤਮਾ ਨੂੰ ਧਿਆਉਂਦਾ ਤਾਂ ਸੀ। ਕਹਿੰਦੇ ਪਰ ਉਹ ਵੀ ਨਹੀਂ ਇਸ ਧਰਤੀ ਤੇ ਰਿਹਾ। ਤੈਨੂੰ ਇੱਕ ਨਾ ਇੱਕ ਦਿਨ ਸੰਸਾਰ ਉੱਤੋਂ ਜਾਣਾ ਪੈਣਾ। ਇੱਕ ਲਿਖਾਰੀ ਨੇ ਲਿਖਿਆ, ਤੇ ਕਹਿੰਦੇ ਰਾਵਣ ਨੂੰ 10 ਸਿਰ ਸੀ। ਜਦੋਂ ਰਾਵਣ ਸੀ, ਕਹਿੰਦੇ 10 ਸਿਰ ਕੱਢ ਲੈਂਦਾ ਸੀ ਜਦੋਂ ਉਹ ਕਿਤੇ ਲੜਦਾ ਸੀ ਜਾਂ ਉਸ ਨੂੰ ਕ੍ਰੋਧ ਆਉਂਦਾ ਸੀ। ਕਹਿੰਦੇ ਇੱਕ ਦਿਨ ਐਸਾ ਆਇਆ, ਉਸ ਲਿਖਾਰੀ ਨੇ ਲਿਖਿਆ, ਕਹਿੰਦੇ ਇੱਕ ਦਿਨ ਐਸਾ ਆਇਆ, ਉਹ ਅਚਾਨਕ ਡਿੱਗ ਪਿਆ ਤੇ ਉਸ ਨੂੰ ਹੋਸ਼ ਆਈ ਕਿ ਮੈਂ ਤਾਂ ਇੰਨਾ ਤਾਕਤਵਰ ਹਾਂ, ਜੇ ਮੈਂ ਚਾਹਾਂ ਤਾਂ ਧਰਤੀ ਨੂੰ ਪਲਟਾ ਸਕਦਾ, ਜੇ ਮੈਂ ਚਾਹਾਂ ਤਾਂ ਵੱਡੇ ਵੱਡੇ ਭਾਰ ਉਠਾ ਸਕਦਾ, ਪਰ ਮੇਰੇ ਤੋਂ ਆਪਣੀ ਦੇਹ ਹੀ ਕਿਉਂ ਨਹੀਂ ਚੱਕੀ ਜਾ ਰਹੀ। ਤੇ ਕਹਿੰਦੇ ਫਿਰ ਉਸਨੇ ਆਪਣੀ ਤਾਕਤ ਲਾਈ ਤੇ ਉੱਠਿਆ। ਤੇ ਉਸ ਕਵੀ ਨੇ, ਉਸ ਲਿਖਾਰੀ ਨੇ ਲਿਖਿਆ, ਕਹਿੰਦੇ ਉਸ ਨੂੰ ਪਰਮਾਤਮਾ ਜੀ ਨੇ ਇਹ ਕਿਹਾ ਕਿ ਜੇ ਤੇਰੇ ਇੱਕ ਮੂੰਹ ਹੁੰਦਾ ਤਾਂ ਵੀ ਤੂੰ ਉਨਾ ਹੀ ਸੋਚਣਾ ਸੀ, ਹੁਣ ਤਾਂ ਤੇਰੇ 10 ਲੱਗੇ ਨੇ, ਤੂੰ 10 ਨਾਲ ਵੀ ਨਹੀਂ ਸੋਚ ਸਕਿਆ, ਪਰ ਤੇਰਾ ਕੁਝ ਨਹੀਂ ਹੋ ਸਕਦਾ। ਇੱਥੇ ਇਹੀ ਗੱਲ ਦੱਸੀ ਜਾਂਦੀ ਹੈ ਕਿ ਜੇ ਸਾਡੇ ਇੱਕੋ ਹੀ ਦਿਮਾਗ ਆ, ਪਰ ਉਹ ਪਰਮਾਤਮਾ ਦਾ ਦਿੱਤਾ ਹੋਇਆ, ਬਖਸ਼ਿਆ ਹੋਇਆ ਵਾ, ਤੇ ਉਸ ਪਰਮਾਤਮਾ ਨੇ ਸਾਡੇ ਅੰਦਰ 5 ਤੱਤ ਵੀ ਰੱਖੇ ਨੇ। ਲੋਭ ਵੀ ਰੱਖਿਆ, ਹੰਕਾਰ ਵੀ ਆ ਜਾਂਦਾ, ਪਰ ਸਤਿਗੁਰ ਜੀ ਕਹਿੰਦੇ ਇਸ ਸਮੱਸਿਆ ਤੋਂ ਤੇਰਾ ਹੱਲ ਪੈ ਸਕਦਾ। ਕਿਸ ਤਰ੍ਹਾਂ ਪੈ ਸਕਦਾ? ਕਹਿੰਦੇ ਇਸ ਨੂੰ ਇੱਕੋ ਹੀ ਕੰਮ ਕਰ, ਜਿਸ ਕਾਰਨ ਤੂੰ ਇਸ ਧਰਤੀ ਤੇ ਆਇਆ ਮੈਂ ਨਾ, ਉਸ ਨੂੰ ਪੂਰਾ ਕਰ, ਅਧੂਰਾ ਨਾ ਛੱਡ, ਕਿਉਂਕਿ ਅਧੂਰਾ ਕੀਤਾ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ। ਪੂਰਾ ਜਦ ਤਾਂ ਹੀ ਹੋਵੇਗਾ ਜਿਸ ਪਰਮਾਤਮਾ ਦੇ ਨਾਲ ਲਿਵ ਲੱਗੀ ਹੋਵੇਗੀ। ਤੇ ਸਤਿਗੁਰ ਜੀ ਅਗਲੀਆਂ ਪੰਕਤੀਆਂ ਵਿੱਚ ਫਰਮਾਉਣਾ ਕਰਦੇ ਨੇ, ਅਵਗੁਣ ਛੋੜ ਗੁਣਾ ਕੋ ਧਾਵੋ। ਕਹਿੰਦੇ ਜੇ ਤੁਸੀਂ ਕਿਸੇ ਵਿੱਚ ਗੁਣ ਦੇਖਦੇ ਹੋ ਨਾ, ਅਵਗੁਣ ਛੋੜ ਗੁਣਾ ਕੋ ਧਾਵੋ, ਕਹਿੰਦੇ ਉਹਦੇ ਔਗੁਣਾਂ ਨੂੰ ਛੱਡ ਦੇ, ਗੁਣ ਉਸ ਦੇ ਅੰਦਰੋਂ ਧਾਰਨ ਕਰ। ਮੈਂ ਛੋਟੀ ਜਿਹੀ ਉਦਾਹਰਨ ਲਵਾਂ। ਇੱਕ ਗ੍ਰੰਥੀ ਸਿੰਘ ਹੁੰਦਾ, ਉਹ ਸੁਬਾਹ ਸ਼ਾਮ ਪਾਠ ਕਰਕੇ ਸ਼ਾਮ ਨੂੰ ਜਦੋਂ ਘਰ ਪਰਤਦਾ ਵਾ, ਰਸਤੇ ਵਿੱਚ ਉਸ ਨਾਲ ਹਰ ਰੋਜ਼ ਇੱਕੋ ਹੀ ਘਟਨਾ ਵਾਪਰਦੀ ਆ ਕਿ ਅੱਗਿਓਂ ਮਨੁੱਖ ਆ ਰਿਹਾ ਵਾ, ਦਾਰੂ ਪੀਤੀ ਹੋਈ ਹੈ, ਤੇ ਉਹ ਡਿੱਗਦਾ ਢਹਿੰਦਾ, ਕਿਤੇ ਨਾਲੀ ਵਿੱਚ ਡਿੱਗ ਪੈਂਦਾ, ਕਿਤੇ ਰਸਤੇ ਵਿੱਚ ਡਿੱਗ ਪੈਂਦਾ। ਪਰ ਕਹਿੰਦੇ ਫਿਰ ਇੱਕ ਦਿਨ ਗ੍ਰੰਥੀ ਸਿੰਘ ਨੇ ਕਿਹਾ, ਦੇਖ ਲੋਕ ਤੇਰੇ ਤੇ ਹੱਸਦੇ ਨੇ, ਦੇਖ ਤੇਰੇ ਤੇ ਲੋਕ ਹੱਸ ਰਹੇ ਨੇ, ਤੂੰ ਨਾ ਪੀਆ ਕਰ। ਕਹਿੰਦੇ ਕਿਤੇ ਤੂੰ ਡਿੱਗਦਾ ਮਨਾ, ਤੇਰੇ ਤੇ ਲੋਕ ਹੱਸਦੇ ਨੇ। ਤੇ ਉਸ ਸ਼ਰਾਬੀ ਨੇ ਗੁਣ ਦਿੱਤਾ, ਕਹਿੰਦਾ ਬਾਬਾ ਕਿਤੇ ਇਹ ਨਾ ਹੋ ਜੇ ਕਿ ਤੂੰ ਧਰਮ ਤੋਂ ਡਿੱਗ ਪਵੇਂ ਤੇ ਤੇਰੇ ਤੇ ਲੋਕ ਹੱਸਣ। ਕਹਿੰਦੇ ਮੈਂ ਤਾਂ ਡਿੱਗਾਂਗਾ, ਲੋਕਾਂ ਦੀ ਨਜ਼ਰ ਵਿੱਚ ਫਿਰ ਖੜਾ ਹੋ ਜਾਵਾਂਗਾ, ਪਰ ਜਿੱਦਾਂ ਕਹਿੰਦੇ ਤੂੰ ਧਰਮ ਤੋਂ ਡਿੱਗ ਪਿਆ ਨਾ, ਫਿਰ ਤੂੰ ਮੁੜ ਕੇ ਖੜਾ ਨਹੀਂ ਹੋਵੇਗਾ। ਤੇ ਸਤਿਗੁਰਾਂ ਜੀ ਵੀ ਇਹੀ ਸਮਝਾਉਂਦੇ ਨੇ, ਕਹਿੰਦੇ ਜੇ ਤੂੰ ਉਸ ਦੇ ਗੁਣ ਧਾਰਨ ਕਰੇ, ਉਸਨੇ ਗੁਣ ਦਿੱਤਾ ਤੇ ਉਸ ਸਿੱਖ ਨੇ ਮੰਨ ਲਿਆ, ਤੇ ਕਹਿੰਦਾ ਵਾਹ, ਕੁਝ ਸਮਾਂ ਸੋਚਿਆ ਤੇ ਕਹਿੰਦਾ ਵਾਹ, ਇੰਨਾ ਕਮਾਲ, ਜੇ ਉਸ ਦਾਰੂ ਪੀਣ ਵਾਲੇ ਨੇ ਐਡਾ ਕੁਝ ਕਹਿ ਦਿੱਤਾ, ਤੇ ਫਿਰ ਮੈਂ ਤਾਂ ਉਸ ਪਰਮਾਤਮਾ ਦਾ ਜੀਵ ਹਾਂ। ਤੇ ਧੰਨ ਗੁਰੂ ਪਾਤਸ਼ਾਹ ਜੀ ਨੇ ਅੱਗੇ ਪੰਗਤੀ ਵਿੱਚ ਸਰਵਣ ਕਰਵਾਇਆ, ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ।
ਕਹਿੰਦੇ ਫਿਰ ਤੂੰ ਅਵਗਣ ਕਰਕੇ ਨਾ ਪਛਤਾਉਣਾ ਵੀ ਮੈਂ ਅੱਜ ਕੀ ਕੀਤਾ, ਕਿ ਜਾਂ ਅੱਜ ਕਿਸੇ ਜਾਨਵਰ ਨੂੰ ਮਾਰਿਆ ਜਾਂ ਕਿਤੇ ਕੁਝ ਹੋਰ ਕੀਤਾ, ਕਹਿੰਦੇ ਤੂੰ ਬਾਅਦ ਚੋਂ ਪਛਤਾਉਣਾ। ਕਰ ਅਵਗੁਣ ਪਛਤਾਹੀ ਜਿਉ, ਕਹਿੰਦੇ ਫਿਰ ਤੇਰੇ ਮਾੜੇ ਅਵਗੁਣ ਆਉਂਦੇ ਤੂੰ ਪਛਤਾਉਣ ਲੱਗ ਜਾਣਾ। ਪਛਤਾਉਂਦਾ ਹੋਇਆ ਕਹਿੰਦੇ ਫਿਰ ਤੈਨੂੰ ਕਿਸੇ ਦੀ ਵੀ ਸਾਰ ਨਹੀਂ ਰਹਿੰਦੀ, ਤੇ ਨਾ ਤੈਨੂੰ ਸਾਖ ਸੰਬੰਧੀਆਂ ਦਾ ਪਤਾ ਲੱਗਦਾ ਹੈ, ਨਾ ਤੈਨੂੰ ਆਪਣੇ ਭਰਾਵਾਂ ਦਾ ਪਤਾ ਲੱਗਦਾ। ਸਰ ਅਬ ਸਿਰ ਕੀ ਸਾਰ ਨਾ ਜਾਣੇ, ਫਿਰ ਕੀਚ ਵਡਾਈ ਜਿਉ। ਚੰਗੇ ਤੇ ਮੰਦੇ ਫਰਕ ਨੂੰ ਸਮਝ ਹੀ ਨਹੀਂ ਸਕਦਾ ਵੀ ਕੀ ਚੰਗਾ ਹੈ ਤੇ ਕੀ ਮਾੜਾ। ਤੇ ਅਸੀਂ ਉਦਾਹਰਨ ਲਈਏ, 4 ਭਰਾ ਰਹਿੰਦੇ ਨੇ ਇੱਕ ਪਿੰਡ ਵਿੱਚ, ਚਾਰੇ ਤਕੜੇ ਅਮੀਰ ਨੇ, ਤੇ ਉਹਨਾਂ ਨੇ ਕਿਤੇ ਪਿੰਡੋਂ ਬਾਹਰ ਦੂਰ ਜ਼ਮੀਨ ਲਈ। ਚਾਰੇ ਭਰਾ ਇਕੱਠੇ ਰਹਿੰਦੇ ਨੇ, ਇੱਕੋ ਥਾਂ ਪ੍ਰਸ਼ਾਦਾ ਪੱਕਦਾ, ਤੇ ਚਾਰੇ ਭਰਾ ਉਸ ਪੈਲੀ ਨੂੰ ਵਾਹੁਣ ਤੁਰ ਪੈਂਦੇ ਨੇ। ਚਾਰੇ ਵਾਹੁੰਦੇ ਇੱਕ ਦਾ ਹਲ ਜ਼ਮੀਨ ਦੇ ਅੰਦਰ ਅਟਕ ਜਾਂਦਾ, ਤੇ ਉਹ ਦੁਬਾਰਾ ਮੋੜ ਕੇ ਫਿਰ ਉੱਥੇ ਲਿਆਉਂਦਾ, ਕਹਿੰਦਾ ਜ਼ਮੀਨ ਦੇ ਅੰਦਰ ਹੈ ਤਾਂ ਸਹੀ ਕੁਝ, ਕਿ ਕੋਈ ਪੱਥਰ ਹੋਵੇਗਾ ਨਿਕਲ ਆਵੇਗਾ ਬਾਹਰ। ਉਹ ਜਦੋਂ ਦੂਸਰਾ ਘੇਰਾ ਲੈ ਕੇ ਜਾਂਦਾ, ਉਹ ਫਿਰ ਥੋੜਾ ਜਿਹਾ ਵੱਜਦਾ ਤੇ ਗਾਂ ਤੁਰ ਪੈਂਦਾ, ਕਹਿੰਦਾ ਦੇਖੀਏ ਤਾਂ ਸਹੀ ਉੱਤੇ ਹੈ ਕੀ। ਜਦੋਂ ਤੀਸਰੀ ਵਾਰੀ ਲਿਜਾਂਦਾ ਤੇ ਥੱਲਿਓਂ ਘੜਾ ਨਿਕਲ ਆਉਂਦਾ, ਤੇ ਘੜਾ ਨਿਕਲਦਾ, ਉਸ ਵਿੱਚ ਸੋਨੇ ਦੀਆਂ ਮੋਹਰਾਂ ਹੁੰਦੀਆਂ, ਸਿੱਕੇ ਹੁੰਦੇ ਆ ਸੋਨੇ ਦੇ। ਤੇ ਆਪਣੇ ਭਰਾਵਾਂ ਨੂੰ ਬੁਲਾਉਂਦਾ, ਕਹਿੰਦਾ ਵੀਰੋ ਦੇਖੋ ਆਪਾਂ ਨੂੰ ਕੀ ਮਿਲਿਆ। ਕਹਿੰਦੇ ਵੀ ਸੋਨੇ ਦਾ ਘੜਾ ਮਿਲਿਆ। ਉਹਨਾਂ ਨੇ ਚਾਰਾਂ ਨੇ ਰਾਇ ਬਣਾਈ ਕਿ ਆਪਾਂ ਇਹਨੂੰ ਘਰ ਨਹੀਂ ਲੈ ਕੇ ਜਾਵਾਂਗੇ। ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਦੇ ਅੰਦਰ ਨਾ ਲਾਲਚ ਆ ਗਿਆ। ਲਾਲਚ ਆਇਆ, ਕਹਿੰਦੇ ਆਪਾਂ ਪਹਿਲਾਂ ਪ੍ਰਸ਼ਾਦਾ ਛਕਦੇ ਆਂ, 2 ਜਣੇ ਘਰ ਪ੍ਰਸ਼ਾਦਾ ਲੈਣ ਜਾਣਗੇ ਤੇ 2 ਜਣੇ ਇੱਥੇ ਰਵਾਂਗੇ। ਜਿਹੜੇ 2 ਪ੍ਰਸ਼ਾਦਾ ਲੈਣ ਗਏ ਸੀ ਘਰ, ਉਹਨਾਂ ਨੇ ਮਨ 'ਚ ਇੱਕ ਦੇ ਗੰਦਾ ਖਿਆਲ ਆ ਗਿਆ ਕਿ ਆਪਾਂ ਇਹਨਾਂ ਨੂੰ ਜ਼ਹਿਰ ਪਾ ਕੇ ਭੋਜਨ ਵਿੱਚ ਖਵਾ ਦਿੰਦੇ ਆ ਤੇ ਇਹ ਧਨ 2 ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਤੇ ਅਨੇਕਾਂ ਹੀ ਯਤਨ ਕੀਤੇ, ਤੇ ਕਹਿੰਦੇ ਉਸਨੇ ਜ਼ਹਿਰ ਲਈ ਬਾਜ਼ਾਰ ਤੋਂ, ਤੇ ਉਹ ਆਪਣਾ ਪ੍ਰਸ਼ਾਦਾ ਛਕ ਕੇ ਘਰ, ਤੇ ਉਹਨਾਂ ਦੋਨਾਂ ਦੇ ਪ੍ਰਸ਼ਾਦਿਆਂ ਵਿੱਚ ਜ਼ਹਿਰ ਪਾ ਦਿੱਤੀ। ਤੇ ਉਧਰ ਖੇਤਾਂ ਦੇ ਵਿੱਚ ਬੈਠੇ ਦੇ ਉਹਨਾਂ ਦੇ ਵੀ ਇੱਕ ਭਰਾ ਦੇ ਮਨ ਅੰਦਰ ਇਹ ਆਇਆ ਕਿ ਇਹ ਜੇ ਧਨ 2 ਹਿੱਸਿਆਂ ਵਿੱਚ ਵੰਡਿਆ ਜਾਵੇ। ਲਾਲਚ ਆ ਗਿਆ ਨਾ। ਫਿਰ ਕਿਸੇ ਦੀ ਬੇਲੀ ਮਿੱਤਰ ਕੁਛ ਨਹੀਂ ਹੁੰਦਾ, ਕਿਉਂਕਿ ਲਾਲਚ ਆ ਜਾਂਦਾ। ਤੇ ਕਹਿੰਦੇ ਫਿਰ ਉਸ ਨੂੰ ਭਰਾਵਾਂ ਨੂੰ ਲਾਲਚ ਆਇਆ, ਤੇ ਕਹਿੰਦੇ ਉਹਨਾਂ ਨੇ ਸਕੀਮ ਬਣਾਈ, ਆਪਾਂ ਪ੍ਰਸ਼ਾਦਾ ਫੇਰ ਛਕਾਂਗੇ, ਪਹਿਲਾਂ ਆਉਂਦਿਆਂ ਨੂੰ ਹੀ ਮਾਰ ਦੇਵਾਂਗੇ। ਉਹ ਦੋਨੇ ਭਰਾ ਸਕੀਮ ਜ਼ਮੀਨ ਦੇ ਉੱਤੇ ਲਾਈ ਬੈਠੇ ਨੇ, ਪਰ ਉਹ ਘਰੇ ਸਕੀਮ ਲਾ ਕੇ ਗਏ ਸੀ ਕਿ ਪ੍ਰਸ਼ਾਦੇ ਵਿੱਚ ਜ਼ਹਿਰ ਪਾਵਾਂਗੇ। ਉਹਨਾਂ ਨੇ ਪ੍ਰਸ਼ਾਦੇ ਵਿੱਚ ਜ਼ਹਿਰ ਪਾਈ। ਜਦੋਂ ਉਹ ਲੈ ਕੇ ਜ਼ਮੀਨ ਤੇ ਉੱਥੇ ਪਹੁੰਚੇ, ਤੇ ਅਚਾਨਕ ਉਹਨਾਂ ਨੇ ਹਮਲਾ ਕੀਤਾ ਤੇ ਮਾਰਤੇ। ਤੇ ਅੰਤ ਉਹਨਾਂ ਨੇ ਫਿਰ ਜਦੋਂ ਪ੍ਰਸ਼ਾਦਾ ਛਕਿਆ ਤੇ ਸਮੇਂ ਨੇ ਕਰਵਟ ਲਈ, ਤੇ ਕਹਿੰਦੇ ਫਿਰ ਉਸ ਸਥਾਨ ਤੇ ਚਾਰੇ ਭਰਾਵਾਂ ਦੀਆਂ ਲਾਸ਼ਾਂ ਵਿਛੀਆਂ ਨੇ, ਤੇ ਧੰਨ ਤਾੜੀ ਤੇ ਤਾੜੀ ਮਾਰ ਕੇ ਹੱਸ ਰਿਹਾ। ਕਹਿੰਦੇ ਅੱਜ ਵੀ ਭਲਿਓ ਜੇ ਉਸ ਵਾਹਿਗੁਰੂ ਦੇ ਭਾਣੇ ਨੂੰ ਮੰਨ ਲੈਂਦੇ, ਅੱਜ ਵੀ ਚਾਰਾਂ ਦੇ ਘਰਾਂ ਵਿੱਚ ਅੱਜ ਵੀ ਖੁਸ਼ੀਆਂ ਹੋਣਗੀਆਂ। ਅੱਜ ਚੌਹਾਂ ਦੇ ਘਰ ਦੇ ਦੀਵੇ ਚਿਰਾਗ ਬੁਝ ਗਏ ਨੇ। ਕਹਿੰਦੇ ਤੂੰ ਸਾਰਾ ਅਵਸਰ ਕੀ ਸਾਰ ਨਾ ਜਾਣੇ, ਫਿਰ ਕੀਚ ਵਡਾਈ ਜਿਉ। ਕਹਿੰਦੇ ਤੁਸੀਂ ਇੱਕ ਦੂਜੇ ਦੀ ਸਾਰ ਹੀ ਨਹੀਂ ਲਈ ਕਿ ਮੇਰੇ ਭਰਾ ਨੂੰ ਵੱਧ ਆ ਜਾਵੇਗਾ, ਤੁਹਾਡੇ ਅੰਦਰ ਲੋਭ ਪੈਦਾ ਹੋ ਗਿਆ, ਲਾਲਚ ਬਿਰਤੀ ਪੈਦਾ ਹੋ ਗਈ। ਕਹਿੰਦੇ ਕਿਤੇ ਇਹ ਨਾ ਹੋ ਜਾਵੇ ਕਿ ਤੂੰ ਇਸ ਧਨ ਨੂੰ ਪ੍ਰਾਪਤ ਕਰਨ ਲਈ ਇਸ ਸੰਸਾਰ ਅੰਦਰ ਤੁਰਦਾ ਰਵੇਂ, ਪਰ ਉਸ ਪਰਮਾਤਮਾ ਦੀ ਸਾਰ ਨਾ ਜਾਣੇ। ਕਹਿੰਦੇ ਪਰਮਾਤਮਾ ਜੀ ਤੈਨੂੰ ਛੋਟੀ ਸਟੇਜ ਦੇ ਅੰਦਰ ਵੀ ਪੁਕਾਰ ਰਹੇ ਨੇ, ਤੈਨੂੰ ਵੱਡੀ ਸਟੇਜ ਦੇ ਜਦੋਂ ਤੂੰ ਵਿਆਹਿਆ ਜਾਂਦਾ ਉਦੋਂ ਵੀ ਤੈਨੂੰ ਪੁਕਾਰਦੇ ਨੇ। ਜਦੋਂ ਤੇਰਾ ਅੰਤ ਹੋਣ ਵਾਲਾ ਹੁੰਦਾ ਨਾ, ਕਹਿੰਦੇ ਉਦੋਂ ਤੂੰ ਮਾਲਾ ਚੱਕ ਲੈਣਾ, ਪਰ ਤੇਰੇ ਮਾਲਾ ਫੇਰ ਨਾਲ ਕੁਝ ਵੀ ਨਹੀਂ ਹੋਣਾ। ਕਿਉਂਕਿ ਪਰਮਾਤਮਾ ਦਾ ਨਾਮ ਤਾਂ ਤੂੰ ਰਹਿੰਦੀ ਉਮਰ ਜਪਿਆ ਹੀ ਨਹੀਂ। ਜਦੋਂ ਤੇਰਾ ਗਲਾ ਖਰਾਬ ਹੋ ਗਿਆ, ਅੱਖਾਂ 'ਚੋਂ ਤੇਰੇ ਪਾਣੀ ਵਗਣ ਲੱਗ ਗਿਆ, ਫਿਰ ਤੂੰ ਪਰਮਾਤਮਾ ਦਾ ਨਾਮ ਧਿਆਉਣ ਲਈ ਫਿਰਦਾ। ਤੇ ਸਤਿਗੁਰੂ ਜੀ ਅੱਗੇ ਬਚਨ ਕਰਦੇ ਨੇ, ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵੋਂ ਕਾਹੀ ਜਿਉ।
ਕਹਿੰਦੇ ਅੰਦਰ ਤਾਂ ਤੇਰੇ ਉਸ ਲੋਭ ਦੀ ਮੈਲ ਭਰੀ ਆ, ਤੇ ਬਾਹਰ ਤੀਰਥਾਂ ਤੇ ਇਸ਼ਨਾਨ ਕਰਨ ਜਾਣਾ, ਤਿਉਹਾਰਾਂ ਨੂੰ ਮਨਾਉਂਦਾ, ਪਰ ਤੇਰੇ ਅੰਦਰ ਤਾਂ ਮੈਲ ਹੈ। ਕਿਤੇ ਪੜ੍ਹ ਉਸ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੂੰ, ਕਿਤੇ ਪੜ੍ਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ, ਕਿਤੇ ਪੜ੍ਹ ਉਸ ਮਾਤਾ ਸੁਭਾਗੀ ਜੀ ਦੀ ਸ਼ਹੀਦੀ ਨੂੰ, ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਕੇ ਆਪਣੇ ਝੋਲੀ ਤਾਂ ਪਵਾ ਲਏ, ਪਰ ਸਿੱਖੀ ਨੂੰ ਛੱਡ ਨਹੀਂ ਸਕੇ। ਅਸੀਂ ਨੇਮ ਬਣਾਈਏ ਕਿ ਇਸ ਪਰਮਾਤਮਾ ਦੇ ਦਰ ਆ ਕੇ ਅਸੀਂ ਘੱਟੋ ਘੱਟ ਉਹਨਾਂ ਵਰਗੇ ਬਣ ਤਾਂ ਨਹੀਂ ਸਕਦੇ, ਪਰ ਉਹਨਾਂ ਵਰਗਾ ਬਾਣਾ ਤਾਂ ਧਾਰਨ ਕਰ ਲਈਏ, ਉਹਨਾਂ ਵਰਗਾ ਦਾੜਾ ਤਾਂ ਪ੍ਰਕਾਸ਼ ਕਰ ਲਈਏ। ਪਰ ਕੁਝ ਮੇਰੇ ਵੀਰ ਐਸੇ ਨੇ ਜੋ ਆਪਣੇ ਕੇਸਾਂ ਨੂੰ ਕਤਲ ਕਰਵਾਉਂਦੇ ਨੇ। ਪਿਆਰ ਵਾਲਿਓ, ਉਹਨਾਂ ਨੇ ਆਪਣੇ ਕੇਸਾਂ ਲਈ ਆਪਣੀ ਖੋਪਰੀ ਲਹਾਤੀ, ਆਪਣਾ ਬੰਦ ਕਟਵਾਤਾ, ਪਰ ਆਪਣੇ ਕੇਸ ਨਹੀਂ ਕਤਲ ਹੋਣ ਦਿੱਤੇ। ਪਰ ਅਸੀਂ ਨਾਈ ਦੀ ਦੁਕਾਨ ਅੰਦਰ ਜਾ ਕੇ ਇਹੀ ਕਹਿੰਦੇ ਆ ਕਿ ਲੈ ਮੇਰੇ ਵਾਲ ਕੱਟ ਦੇ, ਤੇ ਨਾਈ ਅੱਗੋਂ ਬੜਾ ਖੁਸ਼ ਹੋ ਕੇ ਕੈਂਚੀ ਚੱਕ ਕੇ ਕਹਿੰਦਾ ਲਿਆ ਹੁਣ ਤੈਨੂੰ ਮੈਂ ਬਣਾਉਣਾ ਜੈਂਕੀ। ਕਿਉਂ? ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜੈਂਕੀ ਨਹੀਂ ਬਣਨਾ ਚਾਹੁੰਦੇ ਸੀ, ਪਰ ਉਹਨਾਂ ਨੇ ਆਪਣੇ ਪਿਤਾ ਵਾਲਾ ਬਾਣਾ ਪਾਇਆ। ਤੇ ਇਸ ਕਰਕੇ ਪ੍ਰਮਾਤਮਾ ਜੀ ਨੇ ਸਾਡੇ ਅੰਦਰ ਵੀ ਜੁਰਤ ਭਰੀ ਹੈ। ਕਹਿੰਦੇ ਜਦੋਂ ਖੂਨ ਖੋਲਦਾ ਨਾ, ਇੱਕ ਵਾਰੀ ਵਾਲਾ ਜ਼ਰੂਰ ਮਾਰਦਾ। ਕਹਿੰਦੇ ਜਦੋਂ ਤੁਸੀਂ ਕੇਸ ਕਤਲ ਕਰਾਉਣ ਜਾਂਦੇ ਹੋ ਨਾ, ਇੱਕ ਵਾਰੀ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿ ਦਿਆ ਕਰੋ ਕਿ ਪ੍ਰਮਾਤਮਾ ਜੀ ਅੱਜ ਮੈਂ ਕੇਸ ਕਤਲ ਕਰਾਉਣ ਚੱਲਿਆ। ਤੇ ਮੇਰਾ ਸੱਚ ਜਾਣਿਓ, ਮੇਰਾ ਤਜਰਬਾ ਰਿਹਾ। ਤੇ ਕਹਿੰਦੇ ਮੈਂ ਆਪਣੇ ਪਿੰਡ ਇੱਕ ਨੂੰ ਕਿਹਾ, ਮੈਂ ਕਿਹਾ ਜੇ ਤੂੰ ਬਾਲ ਕਤਲ ਕਰਵਾਏ ਨਾ, ਫਿਰ ਮੈਂ ਤੇਰੀ ਦੋਸਤੀ ਛੱਡ ਦੇਣੀ ਆ। ਤੇ ਕਹਿੰਦਾ ਕੋਈ ਨਹੀਂ ਛੱਡਦੀ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਕਿਹਾ ਤੂੰ ਮੇਰੀ ਪਰ ਇੱਕ ਗੱਲ ਮੰਨ ਲਈ। ਕਹਿੰਦਾ ਦੱਸ। ਕਹਿੰਦਾ ਮੈਂ ਕਿਹਾ ਵੀ ਤੂੰ ਇੱਕ ਕੰਮ ਕਰੀ, ਜਿੱਦੇ ਤੂੰ ਕੇਸ ਕਤਲ ਕਰਾਉਣ ਗਿਆ ਨਾ, ਤੇਰੇ ਘਰ ਉਸ ਗੁਰੂ ਨਾਨਕ ਦੇਵ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਫੋਟੋ ਲੱਗੀ ਹੋਵੇਗੀ, ਉਸ ਦੇ ਅੱਖਾਂ ਵਿੱਚ ਅੱਖਾਂ ਪਾ ਕੇ ਕਹੀ ਮੈਂ ਕੇਸ ਕਤਲ ਕਰਾਉਣ ਚੱਲਿਆ, ਕਿ ਸਤਿਗੁਰ ਜੀ ਮਿਹਰ ਕਰੋ। ਮੈਂ ਕਿਹਾ ਤੈਨੂੰ ਅੰਦਰ ਘਰੋਂ ਬਾਹਰ ਪੈਰ ਹੀ ਨਹੀਂ ਪੁੱਟਿਆ ਜਾਵੇਗਾ। ਤੇ ਉਸਨੇ, ਮੈਂ ਜਦੋਂ ਵਾਪਸ ਛੁੱਟੀ ਗਿਆ ਇੱਥੋਂ ਕਾਲਜ ਤੋਂ, ਮੈਨੂੰ ਦੱਸਿਆ ਤੇ ਕਹਿੰਦੇ ਮੈਂ ਹੁਣ ਸਿੱਖੀ ਸਰੂਪ ਧਾਰਨ ਕੀਤਾ। ਕਹਿੰਦੇ ਮੈਂ ਅੰਮ੍ਰਿਤ ਛਕਣਾ, ਮੈਨੂੰ ਅੰਮ੍ਰਿਤ ਛਕਾ ਕੇ ਲੈ ਕੇ ਆਇਓ। ਮੈਂ ਕਿਹਾ ਕੀ ਹੋ ਗਿਆ? ਫਰਕ ਬੜਾ ਪੈ ਗਿਆ ਹੁਣ ਤੇਰੇ 'ਚ। ਕਹਿੰਦਾ ਪਰ ਮੇਰੇ 'ਚ ਫਰਕ ਨਹੀਂ ਪਿਆ, ਤੇਰੀ ਗੱਲ ਦੱਸ ਕੇ ਗਿਆ ਸੀ ਤਾਂ ਉਹਦੇ ਵਿੱਚ ਫਰਕ ਪੈ ਗਿਆ। ਕਿਉਂ? ਕਹਿੰਦਾ ਕਿਉਂਕਿ ਮੇਰਾ ਪਿਤਾ ਸਿੱਖੀ ਸਰੂਪ ਨੂੰ ਧਾਰਨ ਕਰ ਚੁੱਕਾ। ਕਹਿੰਦਾ ਪਰ ਜੇ ਮੈਂ ਪਿੱਛੇ ਰਹਿ ਜਾਂਦਾ ਨਾ, ਪਤਾ ਨਹੀਂ ਕਿੰਨੇ ਕੁ ਜਨਮ ਪਿੱਛੇ ਚਲੇ ਜਾਂਦਾ। ਸੋ ਅਸੀਂ ਤਿਉਹਾਰ ਮਨਾਉਣ ਦੀ ਬਜਾਏ ਉਸ ਪਰਮਾਤਮਾ ਦੇ ਸਿੱਖੀ ਸਰੂਪ ਨੂੰ ਧਾਰਨ ਕਰਨ ਦਾ ਫੈਸਲਾ ਕਰ ਲਈਏ ਨਾ, ਤੇ ਕਹਿੰਦੇ ਇੱਕ ਦਿਨ ਇਸ ਦੁਨੀਆ ਨੇ, ਸਿੱਖ ਕੌਮ ਇੰਨੀ ਹੋ ਜਾਵੇਗੀ ਕਿ ਇਸ ਦੁਨੀਆ ਦਾ ਅੰਤ ਹੀ ਸਿੱਖ ਕੌਮ ਬਣ ਜਾਵੇਗੀ। ਕਹਿੰਦੇ ਪਰ ਉਸ ਦਾ ਇਹ ਨਹੀਂ ਹੋਵੇਗਾ ਕਿ ਸਿੱਖ ਕੌਮ ਹੈ ਹੀ ਨਹੀਂ। ਕਹਿੰਦੇ ਨਾਮੋ ਨਿਸ਼ਾਨ ਮਟਾਉਣ ਨੂੰ ਬਹੁਤ ਫਿਰਦੇ ਨੇ, ਪਰ ਸਾਨੂੰ ਜਾਗਣਾ ਪੈਣਾ ਅੰਦਰੋਂ। ਸੋ ਬੋਲਦਿਆਂ ਪਾਸੋਂ ਆਪ ਜੀ ਵੱਡਿਆਂ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ, ਮੈਂ ਦੋਨੋਂ ਹੱਥ ਜੋੜ ਕੇ ਮਾਫੀ ਦਾ ਜਾਚਕ ਹਾਂ ਜੀ। ਅੰਤ ਨੂੰ ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।